ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆ ਸੋ। ਮੋਹ ਠਗੌਲੀ ਪਾਈਨ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆ ਸੋ। ਮੋਹ ਠਗੌਲੀ ਪਾਈਨ, ਵਿਸਰਿਆ ਗੁਣ ਤਾਸ। ਮਤ ਜਾਣਹੁ ਜਗ ਜੀਵਦਾ, ਦੂਜਾ ਭਾਏ ਮੋਇ ਆਸ। ਜਿਨੇ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਣੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉੱਭੇ ਸਾਸ। ਮਨ ਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨ ਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਜੋਤੀ ਸਰੂਪ ਅਖੰਡ ਜੋਤ ਸ਼ਬਦ ਅਵਤਾਰ। ਵਾਲੀਏ ਕੁਲ ਆਲਮ ਨੂਰੇ ਕਾਇਨਾਤ, ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ। ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪਾਵਨ ਹਾਜ਼ਰ ਨਾਜ਼ਰ ਪ੍ਰਤੱਖ ਜਗ ਦੀ ਜੋਤ। ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਕ ਮੁਕੱਦਸ ਗੋਦ ਦੇ ਅੰਦਰ ਹਾਜ਼ਰੀ ਭਰ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰ ਪਰਮੇਸ਼ਰ ਜੀ ਨੇ ਵੱਡੀ ਭਾਰੀ ਕਿਰਪਾਲਤਾ ਕੀਤੀ ਹੈ। ਜੋ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰ ਚਰਨਾਂ ਵਿਖੇ ਸੱਜ ਕਰਕੇ ਬੈਠੇ ਹੋ। ਬੇਅੰਤ ਮਾਈ ਭਾਈ ਦੇਸਾਂ ਵਿਦੇਸ਼ਾਂ ਦੀ ਸੰਗਤ ਮੀਡੀਏ ਦੁਆਰਾ ਮਨ ਬਾਣੀ ਸਰੀਰ ਅਤੇ ਸੁਰਤ ਕਰਕੇ ਗੁਰਚਰਨਾਂ ਵਿਖੇ ਹਾਜ਼ਰੀਆਂ ਲਗਵਾ ਕਰਕੇ ਵਡਭਾਗੇ ਬਣ ਰਹੇ ਹੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਆਪਣੇ ਪਾਵਨ ਸੱਚਖੰਡ ਦਰਬਾਰ ਦੇ ਵਿੱਚੋਂ ਜੋ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਮੁਖ ਚੋਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦਾ ਉਚਾਰਨ ਕਰੀਏ। ਸਹਿਤ ਪਿਆਰ ਦੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਸੋਰਠ ਦੀ ਵਾਰ ਰਾਹੀਂ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਸ ਪਾਵਨ ਗੁਰਬਾਣੀ ਦੀ ਜੋ ਇਹ ਪਵਿੱਤਰ ਵਾਰ ਹੈ, ਰਾਗ ਸੋਰਠ ਵਾਰ ਮਹੱਲੇ ਚੌਥੇ ਕੀ। ਇਸ ਵਾਰ ਦੇ ਅੰਦਰ ਸਾਰੀਆਂ ਹੀ ਜੋ ਪੌੜੀਆਂ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਨੇ। ਇਸੇ ਪ੍ਰਕਾਰ ਜੋ ਸ਼ਲੋਕ ਮਹੱਲੇ ਅਤੇ ਮਹੱਲੇ ਨੇ ਸਤਿਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੀ ਆਉਂਦੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਘਨ ਹਰ ਬੂੰਦ ਬਸਵਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ रुद्र ध्यान ज्ञान सतगुर के कब जन भल उन्ह जो गावै भल्ले अमरदास गुण तेरे तेरी उपमा तो हे बन आवै। सतगुरु श्री गुरु अमरदास सच्चे पातशाह जी महाराज श्लोक महला तीजा दे सरलेख राही किरपालता करके अमृतमयी उपदेश दी दात बख्शिश कर रहे हैं जी। पूरब लिखिया कमावना। जग्यासू जना ने गुर सिखा ने गुर प्रेमियां ने सतगुरु जी दे सन्मुख बेनती की है, सच्चे पातशाह जी दुनिया दे अंदर जन्म लैण वाले सारे जीव ही अखवाउंदे ने। जितनियां इस्त्रियां ने, जितने पुरुष हैं, जितने जीव जंतु ने, जितने पशु पंछी इत्यादि ने, सारे जीव ही अखवाउंदे ने। सबना दे शरीरां दी बनतर वखरी वखरी है, सबना दे आकार वखरे ने, सबना दे कर्म वखरे ने। जदों सारे ही जीव ने ते महाराज सबना दे कर्म वखरे वखरे क्यों ने? हजूर समझावना करते ने भाई कहण मातर नूं सारे बीज ही अखवाउंदे ने, पर पौधे सबना दे विचों वखरे वखरे उत्पन्न हुंदे ने। ਜਿਹੜਾ ਫੁੱਲ ਦਾ ਬੀਜ ਹੈ ਉਸ ਦੇ ਵਿੱਚੋਂ ਫੁੱਲ ਦਾ ਪੌਦਾ ਉਤਪੰਨ ਹੋ ਜਾਂਦਾ ਹੈ। ਜਿਹੜਾ ਫਲ ਦਾ ਬੀਜ ਹੈ ਉਸ ਦੇ ਵਿੱਚੋਂ ਫਲਦਾਰ ਪੌਦਾ ਦਰਖਤ ਉਤਪੰਨ ਹੋ ਜਾਂਦਾ ਹੈ। ਬੇਅੰਤ ਪ੍ਰਕਾਰ ਦੀ ਜੋ ਬਨਸਪਤੀ ਹੈ, ਤਰ੍ਹਾਂ ਤਰ੍ਹਾਂ ਦੇ ਬੀਜਾਂ ਦੇ ਵਿੱਚੋਂ ਭਿੰਨ ਭਿੰਨ ਪ੍ਰਕਾਰ ਦੀ ਜੋ ਬਨਸਪਤੀ ਹੈ ਉਤਪੰਨ ਹੁੰਦੀ ਹੈ। ਅਖਵਾਉਂਦੀ ਸਾਰੀ ਮੂਲ ਰੂਪ ਦੇ ਵਿੱਚ ਬੀਜ ਹੀ ਹੈ, पर समूह बीजां दे विचों ਵੱਖ-ਵੱਖ तरह के पौधे ते दरख्त उत्पन्न हुंदे ने। इसे प्रकार गुरसिखो जो पूर्वले जन्मां दे विच जीवां ने कर्म कीते ने ना, मानो वो कर्मा रूपी बीज ने, उन्हां कर्मां दे अनुसार इन्हां सारे जीवां नूं शरीर प्राप्त होए ने। उन्हां कर्मां दे अनुसार परमात्मा जी ने मत्थे दे उपर इन्हां दे लेख लिखे होए ने। जिवें जिवें परमात्मा जी ने लेख लिखे ने तेवें तेवें दे कर्मां नूं ये जिहड़े जीव ने कमावना करदे ने। पूरब लिखिया कमावना, पूरबले जन्मां दे कर्मां दी किरत करके जेहो जेहो जय जीवां ने कर्म कीते होए ने उन्हां कर्मां नूं परालब्ध बना करके परमात्मा जी ने समूह जीवां दे मत्थे दे उपर लेख लिखे होए ने। सतगुरु कलगीधर सच्चे पातशाह जी हजूर फरमावना करते ने ना जी कि अकाल पुरख वाहिगुरु जी ने लोह दी कलम दे नाल लिखियो लेख माथंग, सबना दे मत्थे दे उपर तिन्हां दी किरत दे अनुसार ही शुभ अते शुभ कर्मां दी लिखत नूं पा दिता है। सबना लिखिया वुड़ी कलाम, परमात्मा जी दी हुक्म रूपी कलम सबना दे मस्तक दे उपर वगी है चली है। जे करता आप लिखियास, जेड़े मत्थे दे उपर शुभ अते अशुभ लेख जीवां दे कर्मां दे अनुसार
ਕਰਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਲਿਖ ਦਿੱਤੇ ਨੇ। ਉਹਨਾਂ ਕਰਮਾਂ ਦੇ ਅਨੁਸਾਰ ਹੀ ਇਹ ਜਿਹੜੇ ਜੀਵ ਨੇ ਭਲੇ ਅਤੇ ਬੁਰੇ ਕਰਮਾਂ ਨੂੰ ਕਮਾਉਂਦੇ ਨੇ। ਜਿਹੋ ਜਿਹੀ ਪੂਰਬਲੇ ਜਨਮਾਂ ਦੀ ਕਿਰਤ ਹੈ ਉਹੋ ਜਿਹੇ ਲੇਖ ਲਿਖੇ ਗਏ। ਜਿਹੋ ਜਿਹੇ ਲੇਖ ਲਿਖੇ ਨੇ ਉਹੋ ਜਿਹੇ ਗੁਰਮੁਖਤਾਈ ਵਾਲੇ, ਮਨਮੁਖਤਾਈ ਵਾਲੇ, ਸ਼ੁੱਧ ਆਚਾਰ ਵਾਲੇ, ਵਿਵਹਾਰ ਵਾਲੇ, ਵਿਚਾਰ ਵਾਲੇ, ਇਸੇ ਪ੍ਰਕਾਰ ਨੀਵੇਂ ਕਰਮਾਂ ਵਾਲੇ ਜੀਵ ਗੁਣਾਂ ਨੂੰ ਧਾਰਨ ਕਰਕੇ ਅਤੇ ਔਗੁਣਾਂ ਨੂੰ ਧਾਰਨ ਕਰਕੇ ਕਰਮਾਂ ਨੂੰ ਕਮਾਉਂਦੇ ਹਨ ਜੀ। ਮੋਹ ਠਗੌਲੀ ਪਾਈਆ ਨਾ। ਮਹਾਰਾਜ, ਜਦੋਂ ਸਾਰੇ ਜੀਵ ਉਤਪੰਨ ਹੀ ਵਾਹਿਗੁਰੂ ਤੋਂ ਹੋਏ ਨੇ ਤੇ ਮਹਾਰਾਜ ਫਿਰ ਇਹ ਵੱਖ-ਵੱਖ ਤਰ੍ਹਾਂ ਦੇ ਕਿਉਂ ਨੇ? ਸਭਨਾਂ ਨੂੰ ਦੁੱਖ ਕਿਉਂ ਮਿਲਦਾ ਹੈ? ਹਜ਼ੂਰ ਫਰਮਾਉਂਦੇ ਨੇ ਜਿਵੇਂ ਜੰਗਲ ਦੇ ਵਿੱਚ ਕੋਈ ਰਾਹਗੀਰ ਜਾਂਦਾ ਹੋਵੇ ਤੇ ਜਿਹੜੇ ਧਾੜਵੀ ਹੁੰਦੇ ਨੇ, ਠੱਗ ਹੁੰਦੇ ਨੇ, ਠੱਗ ਬੂਟੀ ਸੁੰਘਾ ਕਰਕੇ, ਖਵਾ ਕਰਕੇ ਉਹਨਾਂ ਨੂੰ ਬੇਹੋਸ਼ ਕਰਕੇ ਲੁੱਟ ਲੈਂਦੇ ਨੇ। ਇਸੇ ਪ੍ਰਕਾਰ ਇਹਨਾਂ ਦੇ ਪੂਰਬਲੇ ਜਨਮ ਜਿਹੜੇ ਨੇ ਵੱਡੇ ਭਾਰੀ ਠੱਗ ਨੇ। ਉਹਨਾਂ ਪੂਰਬਲੇ ਜਨਮਾਂ ਦੇ ਕਰਮਾਂ ਨੇ ਸਮੂਹ ਜੀਵਾਂ ਨੂੰ ਠੱਗ ਬੂਟੀ ਮੋਹ ਦੀ ਪਾ ਦਿੱਤੀ ਹੋਈ ਹੈ। ਜਿਹੜਾ ਸਰਬਤ ਜੀਵਾਂ ਦੇ ਮਨ ਨੂੰ ਮੋਹ ਵਿਆਪ ਰਿਹਾ ਹੈ, ਇਹ ਜੀਵਾਂ ਨੂੰ ਠੱਗ ਬੂਟੀ ਤਿੰਨਾਂ ਦੇ ਕਰਮਾਂ ਨੇ ਹੀ ਪਾਈ ਹੋਈ ਹੈ। ਵਿਸਰਿਆ ਗੁਣ ਤਾਸ। ਤੇ ਜਿਸ ਨੂੰ ਠੱਗ ਲੋਕ ਠੱਗ ਬੂਟੀ ਸੁੰਘਾ ਦਿੰਦੇ ਨੇ ਅਥਵਾ ਖਵਾ ਦਿੰਦੇ ਨੇ, ਉਸ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ ਤੇ ਠੱਗ ਲੋਕ ਉਹਨਾਂ ਨੂੰ ਠੱਗ ਲੈਂਦੇ ਨੇ, ਧਾੜਵੀ ਲੁੱਟ ਲੈਂਦੇ ਨੇ। ਪੂਰਬਲੇ ਕਰਮਾਂ ਨੇ ਮੋਹ ਰੂਪੀ ਠੱਗ ਬੂਟੀ ਪਾਈ ਹੈ, ਜਿਸ ਕਰਕੇ ਜਿਹੜਾ ਜੀਵ ਬੇਹੋਸ਼ ਹੋ ਰਿਹਾ ਹੈ ਸ਼ੁਭ ਕਰਮਾਂ ਵੱਲੋਂ, ਬੰਦਗੀ ਵੱਲੋਂ, ਪ੍ਰੇਮਾ ਭਗਤੀ ਵੱਲੋਂ, ਜੋ ਸ਼ੁਭ ਗੁਣਾਂ ਦਾ ਤਾਸ ਖਜ਼ਾਨਾ ਹੈ, ਗੁਣਾਂ ਦਾ ਭੰਡਾਰਾ ਹੈ, ਗੁਣੀ ਨਿਧਾਰ ਹੈ, ਗੁਣਾਂ ਦਾ ਸਾਗਰ ਪਰਮਾਤਮਾ ਹੈ, ਇਹਨਾਂ ਜੀਵਾਂ ਨੂੰ ਮੋਹ ਰੂਪੀ ਠੱਗ ਬੂਟੀ ਖਾਣੇ ਦੇ ਨਾਲ ਭੁੱਲ ਗਿਆ ਹੋਇਆ ਹੈ। ਮਤ ਜਾਣੋ ਜਗ ਜੀਵ ਦਾ। ਮਹਾਰਾਜ, ਜਿਨ੍ਹਾਂ ਨੂੰ ਠੱਗ ਬੂਟੀ ਸੁੰਘਾ ਦਿੱਤੀ ਜਾਵੇ ਜਾਂ ਖਵਾ ਦਿੱਤੀ ਜਾਵੇ, ਉਹ ਤੇ ਪ੍ਰਤੱਖ ਬੇਹੋਸ਼ ਹੁੰਦੇ ਨੇ, ਪਰ ਸੰਸਾਰ ਤੇ ਜਿਉਂਦਾ ਜਾਗਦਾ ਤੁਰਿਆ ਫਿਰਦਾ, ਇਹ ਜੀਵ ਤਾਂ ਬੇਹੋਸ਼ ਨਹੀਂ ਹੋਏ। ਹਜ਼ੂਰ ਫਰਮਾਉਂਦੇ ਨੇ, ਭਾਈ ਤੁਸੀਂ ਬੇਹੋਸ਼ ਦੀ ਗੱਲ ਕਰਦੇ ਹੋ, ਇਹ ਤੇ ਜਿਉਂਦੇ ਹੀ ਨਹੀਂ। ਪਰਮਾਤਮਾ ਜੀ ਦੀ ਬੰਦਗੀ ਵੱਲੋਂ ਜੋ ਭੁੱਲੇ ਹੋਏ ਨੇ, ਉਹਨਾਂ ਨੂੰ ਜਿਉਂਦੇ ਨਾ ਜਾਣੋ, ਉਹਨਾਂ ਨੂੰ ਤੇ ਮਰ ਗਏ ਜਾਣੋ। ਕਬੀਰ ਜਾ ਘਰ ਸਾਧਨਾ ਸੇਵੀਆ ਹੈ, ਹਰ ਕੀ ਪੂਜਾ ਨਾਹੇ, ਸੇ ਘਰ ਮਰ ਹਟ ਸਾਰਖੇ, ਭੂਤ ਬਸਹੇ ਤਿਨ ਮਾਹੇ। ਜਿਨ੍ਹਾਂ ਪ੍ਰਤੱਖ ਘਰਾਂ ਦੇ ਅੰਦਰ, ਸਰੀਰ ਰੂਪੀ ਘਰਾਂ ਦੇ ਅੰਦਰ ਪਰਮਾਤਮਾ ਜੀ ਦੀ ਪੂਜਾ ਭਾਵ ਸਿਮਰਨ ਨਹੀਂ ਤੇ ਸੰਤ ਜਨਾਂ ਦੀ ਸੰਗਤ ਨਹੀਂ ਕਰਦੇ, ਨਾਮ ਨਹੀਂ ਜਪਦੇ, ਉਹਨਾਂ ਨੂੰ ਜਿਉਂਦੇ ਨਾ ਜਾਣੋ। ਉਹ ਤੁਰੀਆਂ ਫਿਰਦੀਆਂ ਲਾਸ਼ਾਂ ਨੇ। ਪਰਮਾਤਮਾ ਜੀ ਦੇ ਸਿਮਰਨ ਵੱਲੋਂ ਭੁੱਲਿਆ ਹੋਇਆਂ ਨੂੰ ਪਰਮਾਤਮਾ ਜੀ ਦੇ ਵੱਲੋਂ ਮਰੇ ਹੋਏ ਹੀ ਜਾਣਨਾ ਕਰੋ। ਦੂਜਾ ਭਾਏ ਮੋਏ ਆਸ। ਦ્વੈਤ ਭਾਵਨਾ ਦੇ ਵਿੱਚ ਲੱਗੇ ਹੋਏ ਨੇ। ਦ્વੈਤ ਭਾਵਨਾ ਵਿੱਚ ਤਾਂ ਜਿਉਂਦੇ ਨੇ, ਪਰ ਪਰਮਾਤਮਾ ਜੀ ਦੀ ਬੰਦਗੀ ਵੱਲੋਂ, ਪਿਆਰ ਵੱਲੋਂ, ਸਿਮਰਨ ਭਜਨ ਵੱਲੋਂ ਮਰੇ ਹੋਏ ਹਨ। ਜਿਨੇ ਗੁਰਮੁਖ ਨਾਮ ਨਾ ਚੇਤਿਓ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ ਤੇ ਗੁਰਮੁਖਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਨਾਮ ਨੂੰ ਨਹੀਂ ਜਪਿਆ ਹੈ, ਗੁਰਮੁਖ ਧਾਈ ਨੂੰ ਧਾਰਨ ਕਰਕੇ ਜਿਨ੍ਹਾਂ ਨੇ ਨਾਮ ਨੂੰ ਨਹੀਂ ਜਪਿਆ ਹੈ, ਸੇ ਬਹਿਣ ਨਾ ਮਿਲਣੀ ਪਾਸ। ਉਹਨਾਂ ਨੂੰ ਪਤੀ ਪਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸ ਬੈਠਣਾ ਵੀ ਨਹੀਂ ਮਿਲਦਾ ਹੈ। ਇਹ ਤਾਂ ਜਿਨ੍ਹਾਂ ਦੇ ਉੱਪਰ ਨਦਰ ਹੈ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਮਨਮੁਖ ਨੇ, ਸਿਮਰਨ ਵੱਲੋਂ ਮਰੇ ਹੋਏ ਨੇ, ਇਸ ਲੋਕ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਬੈਠਣਾ ਉਹਨਾਂ ਨੂੰ ਨਹੀਂ ਮਿਲਦਾ। ਅੱਗੇ ਦਰਗਾਹ ਦੇ ਅੰਦਰ ਪਤੀ ਪਰਮੇਸ਼ਰ ਜੀ ਦੇ ਪਾਸ ਸੱਚਖੰਡ ਦਰਬਾਰ ਦੇ ਵਿੱਚ ਤਿੰਨਾਂ ਨੂੰ ਬੈਠਣਾ ਨਹੀਂ ਮਿਲਦਾ ਹੈ, ਕਿਉਂਕਿ ਉੱਥੇ ਤਾਂ ਖਰੇ ਪਰਖ ਕਰਕੇ ਪਰਮਾਤਮਾ ਜੀ ਨੇ ਸਰੂਪ ਰੂਪ ਖਜ਼ਾਨੇ ਦੇ ਵਿੱਚ ਪਾਏ ਨੇ। ਖੋਟੇ ਸੱਟੀਏ ਹੈ ਬਾਹਰ ਵਾਰ। ਜਿਹੜੇ ਖੋਟੇ ਕਰਮਾਂ ਵਾਲੇ, ਖੋਟੇ ਆਚਾਰ ਵਾਲੇ ਨੇ, ਉਹਨਾਂ ਨੂੰ ਨਰਕਾਂ ਵਿੱਚ ਤੇ 84 ਲੱਖ ਜੂਨੀਆਂ ਰੂਪੀ ਬਾਹਰ ਵਾਰ ਸੁੱਟ ਦਿੱਤਾ ਜਾਂਦਾ ਹੈ। ਦੁਖ ਲਾਗਾ ਬਹੁਤ ਘਣਾ। ਫਿਰ ਗੁਰਸਿੱਖੋ, ਉਹਨਾਂ ਮਨਮੁਖਾਂ ਨੂੰ ਅਤਿਅੰਤ ਵੱਡਾ ਭਾਰੀ ਦੁੱਖ ਲੱਗਦਾ ਹੈ। ਜੰਮਾਂ ਦਾ ਦੁੱਖ ਵਿਆਪਦਾ ਹੈ, ਨਰਕਾਂ ਦਾ ਦੁੱਖ ਵਿਆਪਦਾ ਹੈ, ਮਾਤਾ ਦੀ ਗਰਭ ਜੂਨੀ ਦਾ ਦੁੱਖ ਵਿਆਪਦਾ ਹੈ, ਜੰਮਣ ਮਰਨ ਦਾ ਦੁੱਖ ਵਿਆਪਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਅਗਿਆਨਤਾ ਅਵਿਦਿਆ ਦਾ ਦੁੱਖ ਤਿੰਨਾਂ ਨੂੰ ਵਿਆਪਦਾ ਹੈ।
ਅਤਿਅੰਤ ਵੱਡੇ ਭਾਰੀ ਦੁੱਖ ਤਿਨਾਂ ਨੂੰ ਬਹੁਤੇ ਹੀ ਆ ਕਰਕੇ ਲੱਗਦੇ ਹਨ। ਪੁੱਤ ਕਲਤ ਨਾ ਸਾਥ ਕੋਈ ਜਾਸ। ਮਹਾਰਾਜ ਜਿਸ ਪਰਿਵਾਰ ਦੀ ਪਰਵਰਿਸ਼ ਕਰਨ ਵਾਸਤੇ ਮਨੁੱਖ ਜ਼ਫਰ ਜਾਲਦਾ ਹੈ, ਘਾਲ ਕਮਾਈ ਕਰਦਾ ਹੈ, ਠੱਗੀਆਂ ਇਤਿਆਦਿਕ ਕਰਦਾ ਹੈ, ਮਹਾਰਾਜ ਉਹ ਕੋਈ ਸਾਥ ਨਹੀਂ ਦਿੰਦੇ। ਹਜ਼ੂਰ ਦੇ ਬਚਨ ਨੇ ਨਾ, ਬਹੁ ਪਰ ਪੰਚਕਾਰ ਪਰ ਧਿਆਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀਅ ਪਹਿ ਲੀਜੈ। ਉਹ ਸਾਰੇ ਦਾ ਲੇਖਾ ਤੇਰੇ ਤੋਂ ਲਿਆ ਜਾਣਾ ਹੈ। ਮਾੜੇ ਚੰਗੇ ਕਰਮ ਤੇਰੇ ਨੇ ਤੇ ਲੇਖਾ ਦੇਣ ਵਾਸਤੇ ਵੀ ਕਿਸੇ ਨੇ ਨਾਲ ਨਹੀਂ ਜਾਣਾ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ RAM ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਉਥੇ ਤੇ ਮਾਤਾ ਪਿਤਾ ਸਪੁੱਤਰ ਸੰਬੰਧੀਆਂ ਨੇ ਲੇਖਾ ਦੇਣ ਵਾਸਤੇ ਨਹੀਂ ਜਾਣਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਪੁੱਤ ਸਪੁੱਤਰ ਕਲਤ ਨਾਮ ਇਸਤਰੀ ਘਰ ਵਾਲੀ ਦਾ ਹੈ, ਨਾ ਸਾਥ ਕੋਈ ਜਾਸ। ਦਰਗਾਹ ਦੇ ਵਿੱਚ ਲੇਖਾ ਦੇਣ ਵਾਸਤੇ ਕੋਈ ਵੀ ਸਾਰੇ ਕੁਟੰਬ ਦੇ ਵਿੱਚੋਂ ਨਾਲ ਨਹੀਂ ਜਾਵੇਗਾ। ਲੋਕਾਂ ਵਿੱਚ ਮੋਹ ਕਾਲਾ ਹੋਆ। ਮਹਾਰਾਜ ਫਰਮਾਵਣਾ ਕਰਦੇ ਨੇ, ਪਰਮੇਸ਼ਰ ਜੀ ਦੀ ਤਰਫ ਭੁੱਲਣੇ ਤੋਂ ਜੀਵਨ ਵਿਕਾਰੀ ਹੋ ਜਾਂਦਾ ਹੈ। ਫਿਰ ਵਿਕਾਰੀਆਂ ਦਾ ਜਿਹੜਾ ਪ੍ਰਤੱਖ ਵੀ ਮੂੰਹ ਹੈ, ਇਸ ਲੋਕ ਦੇ ਅੰਦਰ ਕਾਲਾ ਹੁੰਦਾ ਹੈ। ਲਾਂਤਾ ਰੂਪੀ ਕਾਲਖ, ਵਿਕਾਰਾਂ ਰੂਪੀ ਕਾਲਖ ਉਹਨਾਂ ਦੇ ਮੂੰਹ ਤੇ ਲੱਗਦੀ ਏ। ਇਸ ਪ੍ਰਕਾਰ ਦੁਨੀਆ ਦੇ ਅੰਦਰ ਅਪਜਸ ਹੁੰਦਾ ਹੈ। ਉਹਨਾਂ ਦਾ ਕਾਲਾ ਮੂੰਹ ਇਸ ਲੋਕ ਦੇ ਅੰਦਰ ਵੀ ਅਤੇ ਪਰਲੋਕ ਦੇ ਅੰਦਰ ਵੀ ਹੁੰਦਾ ਹੈ। ਲੋਕਾ ਜਿਹੜਾ ਸਾਧ ਸੰਗਤ ਜੀ ਸ਼ਬਦ ਹੈ, ਬਹੁਵਚਨ ਹੈ। ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਦੇ ਅੰਦਰ ਵੀ ਤਿੰਨਾਂ ਦਾ ਮੁੱਖ ਜਿਹੜਾ ਹੈ ਪਰਮਾਤਮਾ ਜੀ ਦੇ ਵੱਲੋਂ ਕਾਲਾ ਕਰ ਦਿੱਤਾ ਜਾਂਦਾ ਹੈ। ਅੰਦਰ ਉੱਭੇ ਸਾਸ। ਇਸ ਲੋਕ ਦੇ ਅੰਦਰ ਮਨਮੁਖਤਾਈ ਵਾਲਾ ਜੀਵਨ ਹੋਣ ਕਰਕੇ ਆਪਣੇ ਪਰਿਵਾਰ ਨੂੰ ਚੰਗੇ ਸੰਸਕਾਰ ਨਹੀਂ ਦਿੰਦੇ। ਫਿਰ ਪਰਿਵਾਰ ਨਾ ਤੇ ਗੁਰੂ ਨਾਲ ਜੋੜਿਆ, ਨਾ ਵੱਡਿਆਂ ਦੀ ਇੱਜ਼ਤ ਕਰਨੀ ਆਉਂਦੀ ਏ, ਨਾ ਸਤਿਕਾਰ ਕਰਨਾ ਆਉਂਦਾ ਹੈ। ਧੀਆਂ ਪੁੱਤ ਪੁੱਤ ਪੋਤਰੇ ਘਰ ਵਾਲੀ ਵੀ ਆਖੇ ਨਹੀਂ ਲੱਗਦੀ। ਫਿਰ ਅੰਦਰ ਉੱਭੇ ਸਾਸ, ਉੱਭੇ ਤੋਂ ਭਾਵ ਹੈ ਲੰਬੇ, ਉੱਭੇ ਤੋਂ ਭਾਵ ਹੈ ਉੱਚੇ, ਭਾਵ ਲੈਣਾ ਹੈ ਠੰਡੇ। ਪਛਤਾਵੇ ਦੇ ਨਾਲ ਫਿਰ ਲੰਬੇ ਲੰਬੇ ਸਾਹ ਲੈਂਦਾ ਹੈ, ਲੰਬੇ ਲੰਬੇ ਹੌਕੇ ਭਰਦਾ ਹੈ, ਠੰਡੇ ਸਾਹ ਲੈਂਦਾ ਹੈ ਪਛਤਾਵੇ ਦੇ ਸਹਿਤ ਹੋ ਕਰਕੇ। ਇਸੇ ਪ੍ਰਕਾਰ ਜਦੋਂ ਦਰਗਾਹ ਦੇ ਅੰਦਰ ਲੇਖਾ ਹੁੰਦਾ ਨਾ ਜੀ, ਕੋਈ ਵੀ ਸੱਜਣ ਬੇਲੀ ਇਤਿਆਦਿਕ ਨਾਲ ਨਹੀਂ, ਕੋਈ ਸਕਾ ਸੰਬੰਧੀ ਨਾਲ ਨਹੀਂ, ਫਿਰ ਬਹੁਤਾ ਪਛਤਾਤਾਪ ਕਰਦਾ ਹੈ ਕਿ ਜਿਨ੍ਹਾਂ ਦੀ ਖਾਤਰ ਸਾਰਾ ਜੀਵਨ ਲਾ ਦਿੱਤਾ ਹੈ, ਕੋਈ ਵੀ ਲੇਖਾ ਦੇਣ ਵੇਲੇ ਸਹਾਇਕ ਹੋ ਕਰਕੇ ਨਾਲ ਨਹੀਂ ਪੁੱਜਾ ਹੈ, ਉੱਥੇ ਫਿਰ ਬਹੁਤੇ ਠੰਡੇ ਸਾਹ ਲੰਬੇ ਹੌਕੇ ਭਰਦਾ ਹੈ। ਮਨਮੁਖਾ ਨੋ ਕੋ ਨਾ ਵਿਸਹੇ। ਹਜ਼ੂਰ ਫਰਮਾਵਣਾ ਕਰਦੇ ਨੇ, ਐਸੇ ਮਨਮੁਖਾਂ ਦੇ ਉੱਪਰ ਕੋਈ ਵੀ ਵਿਸਾਹ ਨਹੀਂ ਕਰਦਾ, ਕੋਈ ਵੀ ਭਰੋਸਾ ਨਹੀਂ ਕਰਦਾ, ਮਨਮੁਖਾਂ ਦੇ ਉੱਪਰ ਕੋਈ ਪ੍ਰਤੀਤ ਧਾਰਨ ਨਹੀਂ ਕਰਦਾ ਹੈ। ਚੁੱਕ ਗਿਆ ਵਿਸਾਸ। ਕਿਉਂਕਿ ਉਹਨਾਂ ਦਾ ਵਿਸਾਸ, ਉਹਨਾਂ ਦਾ ਭਰੋਸਾ, ਉਹਨਾਂ ਦਾ ਵਿਸ਼ਵਾਸ ਵੀ ਚੱਕਿਆ ਗਿਆ ਹੈ। ਸਿਆਣੇ ਪੁਰਖ ਕਹਿੰਦੇ ਨੇ, ਇਸ ਦੀ ਗੱਲ ਤੇ ਕਾਹਦਾ ਭਰੋਸਾ ਕਰਨਾ, ਇਸ ਦੀ ਕਿਹੜੀ ਕੋਈ ਜ਼ੁਬਾਨ ਹੈ। ਇਸੇ ਪ੍ਰਕਾਰ ਜਦੋਂ ਅੰਤਕਾਲ ਆਉਂਦਾ ਹੈ, ਜਮਾ ਨੂੰ ਕਹਿੰਦਾ ਜੀ ਨਾਮ ਜਪ ਲੈਣ ਦਿਓ, ਕਹਿੰਦੇ ਸਾਰੀ ਜ਼ਿੰਦਗੀ ਤੇ ਜਪਿਆ ਨਹੀਂ, ਹੁਣ ਤੂੰ ਕਿੱਥੋਂ ਜਪੇਗਾ, ਹੁਣ ਸਮਾਂ ਨਹੀਂ। ਇਸ ਪ੍ਰਕਾਰ ਨਾ ਸਕੇ ਸੰਬੰਧੀ ਭਰੋਸਾ ਕਰਦੇ ਨੇ, ਨਾ ਜਮ ਸੁਣਦੇ ਨੇ, ਨਾ ਦਰਗਾਹ ਦੇ ਅੰਦਰ ਕੂਕ ਪੁਕਾਰ ਸੁਣੀ ਜਾਂਦੀ ਏ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਲੋਕ ਦੇ ਅੰਦਰ ਵੀ ਤਿਸ ਦਾ ਭਰੋਸਾ ਚੁੱਕਿਆ ਗਿਆ, ਗੁਰੂ ਦੇ ਉੱਪਰ ਤਿਸ ਨੇ ਭਰੋਸਾ ਨਹੀਂ ਕੀਤਾ। ਇਸ ਕਰਕੇ ਸੰਸਾਰ ਦੇ ਲੋਕ ਤੇ ਸੰਬੰਧੀ ਵੀ ਤਿਸ ਤੇ ਭਰੋਸਾ ਨਹੀਂ ਕਰਦੇ ਹਨ। ਨਾਨਕ ਗੁਰਮੁਖਾ ਨੋ ਸੁਖ ਅਗਲਾ। ਹਜ਼ੂਰ ਜੋ ਸਿਮਰਨ ਭਜਨ ਕਰਦੇ ਨੇ, ਬੰਦਗੀ ਕਰਦੇ ਨੇ, ਬਾਣੀ ਪੜ੍ਹਦੇ ਨੇ, ਗੁਰ ਪਰਮੇਸ਼ਰ ਜੀ ਦੇ ਚਰਨੀ ਲੱਗਦੇ ਨੇ, ਸਤ ਸੰਗਤ ਕਰਦੇ ਨੇ, ਧਰਮ ਦੀ ਕਿਰਤ ਕਰਕੇ ਦਸਵੰਧ ਕੱਢਦੇ ਨੇ, ਸਮੇਂ ਦਾ ਦਸਵੰਧ ਕੱਢ ਕੇ ਬਾਣੀ ਪੜ੍ਹਦੇ ਨੇ, ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਤਾਂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਭਾਈ ਜਿਹੜੇ ਗੁਰਮੁਖ ਜਨ ਨੇ ਨਾ, ਉਹਨਾਂ ਨੂੰ ਸੁਖ ਅਗਲਾ, ਅਗਲਾ ਤੋਂ ਭਾਵ ਹੈ ਵੱਡਾ ਭਾਰੀ, ਉਹਨਾਂ ਨੂੰ ਵੱਡਾ ਭਾਰੀ ਸੁਖ ਮਿਲਦਾ ਹੈ, ਉਹਨਾਂ ਨੂੰ ਬਹੁਤਾ ਹੀ ਸੁਖ ਮਿਲਦਾ ਹੈ। ਸੱਸੇ ਔਂਕੜ ਤੇ ਖੱਖੇ ਨੂੰ ਵੀ ਔਂਕੜ ਹੈ। ਜੋ ਖੱਖੇ ਨੂੰ ਔਂਕੜ ਹੈ, ਇਹ ਇੱਕ ਗਿਣਤੀ ਦਾ ਵਾਚਕ ਹੈ। ਇੱਕ ਸੁਖ ਤੋਂ ਭਾਵ ਹੈ ਆਤਮ ਸੁਖ, ਤੇ ਸਾਰਿਆਂ ਸੁੱਖਾਂ ਦੇ ਨਾਲੋਂ ਆਤਮ ਸੁਖ ਹੀ ਵੱਡਾ ਹੈ। ਹਾਥੀ ਕੇ ਪਾਉ ਮੇ ਸਭ ਕਾ ਪਾਉ, ਜਿਵੇਂ ਹਾਥੀ ਦੇ ਪੈਰ ਦੀ ਪੈੜ ਵਿੱਚ ਸਾਰਿਆਂ ਜਾਨਵਰਾਂ ਤੇ ਮਨੁੱਖਾਂ ਦੇ ਪੈਰ ਪੈ ਜਾਂਦੇ ਨੇ, ਇਵੇਂ ਆਤਮ ਸੁਖ ਦੇ ਵਿੱਚ ਸਾਰੇ ਹੀ ਸੁਖ ਆ ਜਾਂਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਿਹੜੇ ਗੁਰਮੁਖ ਜਨ ਨੇ ਨਾ, ਉਹਨਾਂ ਨੂੰ ਆਤਮ ਸੁਖ ਰੂਪੀ
ਬਹੁਤਾ ਵੱਡਾ ਭਾਰੀ ਸੁਖ ਮਿਲਦਾ ਹੈ। ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਿਆ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ, ਮਤ ਭਰਮ ਭੂਲੋਹ ਭੂਲੋਹ। ਇਸੇ ਪ੍ਰਕਾਰ ਇਸ ਸਰੀਰ ਰੂਪੀ ਧਰਤੀ ਦੇ ਅੰਦਰ, ਹਿਰਦੇ ਰੂਪੀ ਪੈਲੀ ਦੇ ਅੰਦਰ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਜੋ ਗੁਰਮੰਤਰ, ਮੂਲ ਮੰਤਰ, ਅੰਮ੍ਰਿਤ ਬਾਣੀ ਹੈ, ਇਸ ਅੰਮ੍ਰਿਤ ਗੁਰਬਾਣੀ ਦੇ ਬੀਜਾਂ ਨੂੰ ਬੀਜਣਾ ਕਰਦੇ ਨੇ। ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਨਿਵਾਸ ਹੈ, ਹਿਰਦੇ ਦੇ ਅੰਦਰ ਨਾਮ ਵਸਿਆ ਹੋਇਆ ਹੈ। ਵੱਡਾ ਭਾਰੀ ਸੁਖ ਤਿੰਨਾਂ ਨੂੰ ਵਾਹਿਗੁਰੂ ਜੀ ਦੀ ਅਭੇਦਤਾ ਦਾ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਾਹੁ ਪਰ ਉਪਕਾਰੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਨੂੰ ਭਾਗ ਲਗਾ ਰਹੇ ਨੇ। ਬਟਾਲੇ ਸ਼ਹਿਰ ਦਾ ਰਹਿਣ ਵਾਲਾ ਪੰਡਤ ਨਿਤਾਨੰਦ ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਪੁੱਜਾ, ਜਾ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮੈਂ ਸੰਸਕ੍ਰਿਤ ਦਾ ਵੱਡਾ ਭਾਰੀ ਵਿਦਵਾਨ ਹਾਂ, ਪਰ ਜ਼ੁਬਾਨ ਦੇ ਵਿੱਚ ਰਸ ਨਾ ਹੋਣੇ ਕਰਕੇ ਮਹਾਰਾਜ ਮੇਰੇ ਪਾਸੋਂ ਕੋਈ ਕਥਾ ਹੀ ਨਹੀਂ ਸੁਣਦਾ। ਮਹਾਰਾਜ ਉਪਜੀਵਕਾ ਬੜੀ ਔਖੀ ਚੱਲਦੀ ਏ, ਕਿਰਪਾਲਤਾ ਕਰਕੇ ਆਪਣੇ ਦਰਬਾਰ ਵਿੱਚ ਕਥਾ ਕਰਨੇ ਦੀ ਦਾਤ ਬਖਸ਼ੋ। ਹਜ਼ੂਰ ਨੇ ਫਰਮਾਇਆ, ਭਾਈ ਇਹ ਗੁਰੂ ਨਾਨਕ ਦਾ ਦਰ ਹੈ, ਸਭਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਤੇਰੀ ਆਸ ਵੀ ਪੂਰੀ ਕਰਦੇ ਆ, ਤੂੰ ਕਥਾ ਕਰ ਲਿਆ ਕਰ। ਪੰਡਤ ਨਿਤਾਨੰਦ ਜੀ ਨੇ ਗਰੁੜ ਪੁਰਾਣ ਦੀ ਕਥਾ ਸਤਿਗੁਰੂ ਜੀ ਦੀ ਆਗਿਆ ਪਾ ਕੇ ਸ਼ੁਰੂ ਕਰ ਦਿੱਤੀ ਏ। ਪ੍ਰਸੰਗ ਚੱਲਦਿਆਂ ਚੱਲਦਿਆਂ ਪੁੱਜਾ, ਜਦੋਂ ਪ੍ਰਾਣੀ ਇਸ ਲੋਕ ਚੋਂ ਸਰੀਰ ਛੱਡ ਕੇ ਪਰਲੋਕ ਵਿੱਚ ਜਾਂਦਾ ਨਾ, ਤੇ ਲੋਕ ਤੋਂ ਪਰਲੋਕ ਤੱਕ ਦਾ ਜਿਹੜਾ ਸਮਾਂ ਉਹ 11 ਮਹੀਨਿਆਂ ਦਾ। ਇਸ ਪ੍ਰਕਾਰ ਜਦੋਂ ਕਥਾ ਦਾ ਵਿਖਿਆਨ ਕੀਤਾ, ਦੀਵਾਨ ਦੀ ਸਮਾਪਤੀ ਹੋਈ ਏ, ਗੁਰਸਿੱਖ ਆਪਸ ਦੇ ਵਿੱਚ ਵਿਚਾਰਾਂ ਕਰਦੇ ਨੇ। ਭਾਈ ਸੁੰਦਰ ਜੀ ਕਹਿੰਦੇ ਨੇ, ਜਿਸ ਰਸਤੇ ਨੂੰ 11 ਮਹੀਨਿਆਂ ਦਾ ਪੰਡਤ ਜੀ ਨੇ ਦੱਸਿਆ ਨਾ, ਮੈਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ 4 ਪੈਰਾਂ ਵਿੱਚ ਜਾ ਸਕਦਾ। ਇਸੇ ਪ੍ਰਕਾਰ ਭਾਈ ਲਾਲਾ ਜੀ ਬੋਲੇ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੈਂ 2 ਪੈਰਾਂ ਵਿੱਚ ਹੀ ਜਾ ਸਕਦਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਤੀਸਰੇ ਗੁਰਸਿੱਖ ਭਾਈ ਮਈਆ ਜੀ ਕਹਿਣ ਲੱਗੇ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ 11 ਮਹੀਨਿਆਂ ਦਾ ਸਫ਼ਰ ਜੋ ਪੰਡਤ ਜੀ ਨੇ ਦੱਸਿਆ, ਮੈਂ 1 ਪੈਰ ਵਿੱਚ ਹੀ ਜਾ ਸਕਦਾ। ਤੇ ਭਾਈ ਨਿਹਾਲਾ ਜੀ ਕਹਿਣ ਲੱਗੇ, ਆਪ ਜੀ ਸਾਰੇ ਹੀ ਸਨਮਾਨਯੋਗ ਗੁਰੂ ਕਿਰਪਾ ਦੇ ਪਾਤਰ ਹੋ, ਪਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਹਿਮਤ ਦੇ ਨਾਲ ਮੈਂ 1 ਨਿਮਖ ਮਾਤਰ ਵਿੱਚ ਜਾ ਸਕਦਾ। ਪੰਡਤ ਨੇ ਚਾਰੇ ਗੁਰਸਿੱਖਾਂ ਦੀ ਚਰਚਾ ਸੁਣੀਏ, ਬੜਾ ਕ੍ਰੋਧ ਵਿੱਚ ਆਇਆ, ਕਹਿਣ ਲੱਗਾ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹ ਦੱਸੋ ਪੁਰਾਣ ਝੂਠੇ ਨੇ ਜਾਂ ਤੁਹਾਡੇ ਸਿੱਖ ਝੂਠੇ ਨੇ? ਹਜ਼ੂਰ ਫਰਮਾਉਣ ਲੱਗੇ, ਭਾਈ ਨਾ ਤੇ ਪੁਰਾਣ ਝੂਠੇ ਨੇ, ਨਾ ਗੁਰਸਿੱਖ ਝੂਠੇ ਨੇ। ਕਹਿਣ ਲੱਗਾ, ਮਹਾਰਾਜ ਦੋਵਾਂ ਚੋਂ ਇੱਕ ਤਾਂ ਜ਼ਰੂਰ ਝੂਠਾ ਹੈ। ਜੇ ਪਰਲੋਕ ਦਾ ਰਸਤਾ 11 ਮਹੀਨਿਆਂ ਦਾ ਹੈ ਤੇ ਤੁਹਾਡੇ ਸਿੱਖ ਝੂਠੇ ਨੇ, ਤੇ ਜੇ ਪਰਲੋਕ ਦਾ ਰਸਤਾ 4 ਪੈਰ 2 ਪਹਿਰ 1 ਪੈਰ 1 ਨਿਮਖ ਦਾ ਹੈ ਤੇ ਫਿਰ ਪੁਰਾਣ ਝੂਠੇ ਨੇ। ਸਾਰੀ ਗੱਲ ਮਹਾਰਾਜ ਜੀ ਨੂੰ ਦੱਸੀ। ਹਜ਼ੂਰ ਨੇ ਬਚਨ ਕੀਤੇ, ਭਾਈ ਗੁਰਦਾਸ ਜੀ ਨੂੰ ਸਮਝਾਓ ਪੰਡਤ ਜੀ ਨੂੰ। ਭਾਈ ਗੁਰਦਾਸ ਜੀ ਨੇ ਸਮਝਾਇਆ, ਪੈਦਲ ਤੁਰਨ ਵਾਲੇ ਨੂੰ ਯਾਤਰਾ ਕਰਦਿਆਂ, ਸਫ਼ਰ ਕਰਦਿਆਂ ਬਹੁਤਾ ਸਮਾਂ ਲੱਗਦਾ, ਪਰ ਜੇ ਕੋਈ ਘੋੜੇ 'ਤੇ ਸਵਾਰ ਹੋਵੇ, ਰੱਥ 'ਤੇ ਸਵਾਰ ਹੋਵੇ ਤੇ ਸਫ਼ਰ ਛੇਤੀ ਤੈਅ ਹੋ ਜਾਂਦਾ। ਅੱਜ ਦਾ ਸਾਇੰਸ ਦਾ ਯੁੱਗ ਹੈ, ਟ੍ਰੇਨ 'ਤੇ ਸਫ਼ਰ ਕਰਨਾ ਹੋਵੇ, ਇਸੇ ਪ੍ਰਕਾਰ ਜਹਾਜ਼ 'ਤੇ ਸਫ਼ਰ ਕਰਨਾ ਹੋਵੇ ਤੇ ਹੋਰ ਵੀ ਸਮਾਂ ਘੱਟ ਲੱਗਦਾ। ਪੰਡਤ ਜੀ ਦੇ ਮੰਨਣ ਵਿੱਚ ਆਉਂਦਾ ਨਹੀਂ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਪੰਡਤ ਜੀ ਫਿਰ 6 ਮਹੀਨੇ ਗੁਰ ਚਰਨਾਂ ਵਿੱਚ ਰਹਿ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋ, ਆਪੇ ਪਤਾ ਲੱਗ ਜਾਵੇਗਾ। ਬਚਨ ਮੰਨਿਆ, 6 ਮਹੀਨੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ। ਅਵਸਥਾ ਇੰਨੀ ਉੱਚੀ ਹੋ ਗਈ, ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਕੇ ਪੂਰਾ ਗੁਰ ਅਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਨਾਮ ਜਪ ਜਪ ਕਰਕੇ ਹਿਰਦਾ ਸ਼ੁੱਧ ਹੋ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦ੍ਰਿਸ਼ਟੀ ਪਾ ਕਰਕੇ ਹੀ ਸੰਤ ਬਣਾ ਦਿੱਤਾ ਹੈ। ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ ਹੈ, ਢਹਿ ਕੇ ਚਰਨੀ ਪੈ ਗਿਆ। ਗਰੀਬ ਨਿਵਾਜ ਹੁਣ ਪ੍ਰਤੀਤ ਹੋ ਆਈ ਹੈ, ਆਪ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਕੇ ਇਤਨਾ ਬਲ ਆ ਗਿਆ ਹੈ, ਮਹਾਰਾਜ ਹੁਣ ਤੇ 1 ਨਿਮਖ ਮਾਤਰ ਵਿੱਚ ਪਰਲੋਕ ਵਿੱਚ ਜਾ ਕੇ ਵਾਪਸ ਵੀ ਆ ਸਕਦਾ ਹਾਂ। ਇਸ ਪ੍ਰਕਾਰ ਜਿਹੜੇ ਨਾਮ ਰਸੀਏ ਨੇ, ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਵਾਹਿਗੁਰੂ ਜੀ ਦੇ ਨਾਲ ਅਭੇਦ ਹੋ ਰਹਿੰਦੇ ਨੇ, ਵਾਹਿਗੁਰੂ ਦੀ ਵਿੱਚ ਮਿਲੇ ਹੀ ਰਹਿੰਦੇ ਨੇ। ਨਿਮਖ ਮਾਤਰ ਦੀ ਵੀ ਦੂਰੀ ਅਥਵਾ ਵਿੱਥ ਤਿੰਨਾਂ ਦੇ ਵਿੱਚ ਨਹੀਂ ਰਹਿੰਦੀ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਅੰਗ ਸੰਗ ਜਾਣਦੇ ਨੇ ਤੇ ਨਾਮੀ ਦਾ ਨਾਮ ਜਪਦਿਆਂ ਹੋਇਆਂ ਤਿਸ ਦੇ ਅੰਦਰ ਹੀ ਮਨ ਦੀ ਸ਼ਰਧਾ ਭਾਵਨਾ
ਤੇ ਸਿਮਰਨ ਸਦਕਾ ਸਮਾਏ ਰਹਿੰਦੇ ਹਨ ਜੀ। ਮਹੱਲਾ ਤੀਜਾ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾ ਰਹੇ ਹਨ। ਸੇ ਸੈਣ ਸੇ ਸੱਜਣਾ। ਮਹਾਰਾਜ ਦੁਨੀਆ ਦੇ ਅੰਦਰ ਸੱਜਣ ਮਿੱਤਰ ਕਿਸ ਨੂੰ ਬਣਾਈਏ? ਪਾਵਨ ਬਚਨ ਨੇ ਗੱਲੀ ਸੋ ਸੱਜਣ 20 ਇੱਕ ਟੁੰਡੇਂਦੀ ਨਾ ਲਹਾਂ। ਹਜ਼ੂਰ ਫਰਮਾਵਣਾ ਕਰਦੇ ਨੇ ਸੇ ਸੈਣ, ਭਾਈ ਸਾਥੀ ਵੀ ਉਹ ਨੇ ਤੇ ਸੱਚੇ ਸੱਜਣ ਵੀ ਉਹ ਹਨ ਜੀਵ ਦੇ। ਜੇ ਗੁਰਮੁਖ ਮਿਲਹਿ ਸੁਭਾਏ। ਜਿਹੜੇ ਗੁਰਮੁਖ ਸਹਿਜ ਸੁਭਾਅ ਸਤਿਗੁਰੂ ਜੀ ਦੇ ਭਾਣੇ ਦੇ ਅਨੁਸਾਰ ਮਿਲਦੇ ਨੇ ਉਹ ਹੀ ਸੱਚੇ ਸਾਥੀ ਅਤੇ ਸੱਚੇ ਸੱਜਣ ਨੇ। ਇਸੇ ਪ੍ਰਕਾਰ ਸੈਣ ਨਾਮ ਸਾਥੀ ਦਾ ਹੈ, ਉਹਨਾਂ ਨੂੰ ਹੀ ਇਸ ਲੋਕ ਦੇ ਸਾਥੀ ਤੇ ਪਰਲੋਕ ਦੇ ਸੱਜਣ ਜਾਣਨਾ ਹੈ। ਗੁਰਮੁਖ ਮਿਲਹਿ ਸੁਭਾਏ, ਜਿਹੜੇ ਗੁਰਮੁਖ ਜਨ ਸਹਿਜ ਸੁਭਾਅ ਹੀ ਨਾਮ ਜਪਦੇ ਆ, ਨਾਮੀ ਪਰਮੇਸ਼ਰ ਜੀ ਦੇ ਅੰਦਰ ਮਿਲੇ ਰਹਿੰਦੇ ਨੇ। ਦੂਸਰਾ ਅਰਥ ਸੁਭਾਏ, ਸ੍ਰੇਸ਼ਟ ਭਾਵਨਾ ਦੇ ਨਾਲ ਨਾਮ ਜਪਦੇ ਆ, ਜੋ ਨਾਮੀ ਪਰਮੇਸ਼ਰ ਜੀ ਦੇ ਅੰਦਰ ਮਿਲੇ ਰਹਿੰਦੇ ਨੇ, ਉਹੋ ਹੀ ਸੱਚੇ ਸੱਜਣ ਹਨ, ਉਹੋ ਹੀ ਸੱਚੇ ਸਾਥੀ ਹਨ ਲੋਕ ਅਤੇ ਪਰਲੋਕ ਦੇ ਅੰਦਰ। ਸਤਿਗੁਰ ਕਾ ਭਾਣਾ ਅਣ ਦਿਨ ਕਰਹਿ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਣੇ ਦੇ ਅੰਦਰ ਚੱਲਦਿਆਂ ਹੋਇਆਂ ਰਾਤ ਦਿਨ ਹਰ ਰੋਜ਼ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਹਨ। ਸੇ ਸੱਚ ਰਹੇ ਸਮਾਏ। ਉਹ ਮਨ ਦੀ ਅਵਸਥਾ ਤੇ ਪਿਆਰ ਕਰਕੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਹੀ ਤਦਾਕਾਰ ਹੋਏ ਰਹਿੰਦੇ ਹਨ ਜੀ। ਦੂਜਾ ਭਾਏ ਲਗੇ ਸਜਣ ਨਾ ਆਖੀਐ। ਮਹਾਰਾਜ ਦੁਨਿਆਵੀ ਸੱਜਣ ਮਿੱਤਰ ਵੀ ਤਾਂ ਹੁੰਦੇ ਹੀ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੇ ਦਵੈਤ ਭਾਵਨਾ ਦੇ ਵਿੱਚ ਲੱਗ ਰਹੇ ਨੇ ਉਹ ਸੱਜਣ ਨਹੀਂ ਕਹੇ ਜਾਂਦੇ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਪ੍ਰਭੂ ਪਰਮਾਤਮਾ ਜੀ ਦਾ ਨਾਮ ਜਿਨ੍ਹਾਂ ਨੂੰ ਮਿਲ ਕਰਕੇ ਭੁੱਲ ਜਾਵੇ, ਐਸੇ ਕੁਸੰਗਤ ਦੇ ਦੇਣ ਵਾਲੇ ਜਿਹੜੇ ਸੱਜਣ ਮਿੱਤਰ ਕਹੇ ਜਾਂਦੇ ਨੇ ਉਹ ਸੱਜਣ ਮਿੱਤਰ ਨਹੀਂ, ਅਸਲ ਦੇ ਵਿੱਚ ਤੇਰੇ ਜੰਮ ਨੇ। ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਉਹਨਾਂ ਨੂੰ ਦਵੈਤ ਭਾਵਨਾ ਵਾਲਿਆਂ ਨੂੰ ਸੱਜਣ ਨਾ ਆਖਣਾ ਕਰੋ, ਉਹ ਸੱਜਣ ਨਹੀਂ ਅਖਵਾ ਸਕਦੇ। ਜੇ ਅਭਿਮਾਨ ਕਰਹਿ ਵੇਕਾਰ। ਜਿਹੜੇ ਵੇਕਾਰ ਵਿਅਰਥ ਦੇ ਵਿੱਚ ਹੀ ਹੰਕਾਰ ਕਰਦੇ ਨੇ, ਮੈਂ ਇਹ ਕਰ ਦਿਆਂਗਾ, ਮੈਂ ਆਓ ਕਰ ਦਿਆਂਗਾ, ਹੱਥ ਵੱਸ ਤੇ ਕੁਛ ਵੀ ਨਹੀਂ, ਕਰਨੇ ਜੋਗੇ ਤੇ ਕੁਛ ਵੀ ਨਹੀਂ, ਪਰ ਵਿਅਰਥ ਦੇ ਵਿੱਚ ਬਹੁਤਾ ਹੰਕਾਰ ਕਰਦੇ ਨੇ। ਵੇਕਾਰ ਵਿਕਾਰੀ ਤਿੰਨਾਂ ਦਾ ਜੀਵਨ ਹੈ ਤੇ ਵਿਕਾਰ ਭੋਗ ਕਰਕੇ ਵੀ ਵਿਕਾਰੀ ਜੀਵਨ ਤੇ ਹੀ ਹੰਕਾਰ ਕਰਦੇ ਨੇ। ਮੈਂ ਇਤਨੇ ਸੁੱਖ ਭੋਗੇ ਨੇ, ਇਤਨੇ ਵਿਸ਼ੇ ਸੁੱਖ ਭੋਗੇ ਨੇ, ਇਤਨੇ ਪਦਾਰਥਾਂ ਦੇ ਸੁੱਖ ਭੋਗੇ ਨੇ। ਇਸ ਪ੍ਰਕਾਰ ਵਿਕਾਰੀ ਜੀਵਨ ਵਾਲੇ ਬਹੁਤਾ ਅਹੰਕਾਰ ਕਰਦੇ ਹਨ ਜੀ। ਮਨਮੁਖ ਆਪ ਸੁਆਰਥੀ। ਐਸੇ ਜਿਹੜੇ ਮਨਮੁਖ ਲੋਕ ਨੇ ਕਿਸੇ ਦੇ ਸੱਜਣ ਨਹੀਂ, ਕਿਸੇ ਦੇ ਮਿੱਤਰ ਨਹੀਂ, ਨਾ ਭੈਣ ਦੇ, ਨਾ ਭਰਾ ਦੇ, ਨਾ ਸਖੀਆਂ ਦੇ, ਨਾ ਸੰਬੰਧੀਆਂ ਦੇ, ਨਾ ਮਾਤਾ ਦੇ, ਨਾ ਪਿਤਾ ਦੇ, ਇਹ ਤੇ ਗੁਰੂ ਦੇ ਵੀ ਨਹੀਂ ਬਣਦੇ। ਭਾਈ ਇਹਨਾਂ ਕਿਸੇ ਹੋਰ ਦੇ ਮਿੱਤਰ ਕੀ ਬਣਨਾ ਹੈ। ਐਸੇ ਜਿਹੜੇ ਮਨਮੁਖ ਲੋਕ ਨੇ ਬਹੁਤੇ ਸਵਾਰਥੀ ਹੁੰਦੇ ਹਨ ਜੀ। ਕਾਰਜ ਨਾ ਸਕਹਿ ਸਵਾਰ। ਐਸੇ ਸਵਾਰਥੀ ਕਹੀਏ ਮਤਲਬ ਖੋਰੀ ਜਿਹੜੇ ਲੋਕ ਨੇ ਕਿਸੇ ਦਾ ਵੀ ਕਾਰਜ ਨਹੀਂ ਸਵਾਰ ਸਕਦੇ, ਬਲਕਿ ਆਪਣਾ ਕਾਰਜ ਸਵਾਰਨ ਵਾਸਤੇ ਕਿਸੇ ਦਾ ਵਿਗਾੜ ਜ਼ਰੂਰ ਦਿੰਦੇ ਨੇ। ਐਸੇ ਸਵਾਰਥੀ ਲੋਕ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ। ਪੂਰਬਲੇ ਕਰਮਾਂ ਨੇ ਐਸੀ ਠੱਗ ਬੂਟੀ ਪਾਈ ਹੋਈ ਏ ਇਹਨਾਂ ਮਨਮੁਖਾਂ ਨੂੰ, ਮਨੁੱਖਾ ਜਨਮ ਦੀ ਸਫਲਤਾ ਰੂਪੀ ਕਾਰਜ ਨੂੰ ਸਵਾਰ ਹੀ ਨਹੀਂ ਸਕਦੇ ਹਨ। ਵਿਅਰਥ ਜੀਵਨ ਗਵਾ ਕਰਕੇ ਅਜਾਈ ਹੀ ਤੁਰ ਜਾਂਦੇ ਹਨ। ਨਾਨਕ ਪੂਰਬ ਲਿਖਿਆ ਕਮਾਵਣਾ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਗੁਰੂ ਪਿਆਰਿਓ ਪੂਰਬਲੇ ਜਨਮਾਂ ਦੀ ਕਿਰਤ ਦੇ ਅਨੁਸਾਰ ਪਰਮਾਤਮਾ ਜੀ ਨੇ ਜਿਹੋ ਜੇ ਜੀਵ, ਜਿਹੋ ਜੇ ਕਰਮ ਜੀਵਾਂ ਦੇ ਮਸਤਕ ਦੇ ਉੱਪਰ ਪਾਏ ਹੋਏ ਨੇ, ਜੀਵ ਹੁਕਮ ਦੇ ਅਨੁਸਾਰ ਉਹੋ ਜੇ ਕਰਮਾਂ ਨੂੰ ਕਰਦੇ ਨੇ। ਸਾਧ ਸੰਗਤ ਜੀ ਅਕਸਰ ਸਵਾਲ ਕੀਤਾ ਜਾਂਦਾ, ਜੇ ਸਭ ਕੁਝ ਹੁਕਮ ਦੇ ਅੰਦਰ ਹੀ ਹੈ, ਜੇ ਮਨਮੁਖ ਵੀ ਹੁਕਮ ਦੇ ਅੰਦਰ ਨੇ, ਫਿਰ ਇਹਨਾਂ ਨੂੰ ਸਜ਼ਾ ਕਿਉਂ ਮਿਲਦੀ ਹੈ, ਸੁੱਖ ਕਿਉਂ ਨਹੀਂ ਮਿਲਦਾ? ਸਾਧ ਸੰਗਤ ਜੀ ਸਰਕਾਰ ਦੇ ਹੁਕਮ ਦੇ ਨਾਲ ਕਿਸੇ ਨੂੰ ਰੱਖਿਆ ਹੋਇਆ ਨਦੀ ਦੇ ਕਿਨਾਰੇ ਤੇ, ਇੱਥੇ ਕਿਸੇ ਨੂੰ ਡੁੱਬਣ ਨਹੀਂ ਦੇਣਾ, ਡੁੱਬਣ ਲੱਗੇ ਤੇ ਝੱਟ ਜਾਨ ਬਚਾਉਣੀ ਹੈ। ਉਹ ਆਪਣੇ ਜੀਵਨ ਦੇ ਵਿੱਚ 100 200 400 500 ਬੰਦਿਆਂ ਦੀ ਜਾਨ ਬਚਾ ਦਿੰਦਾ ਹੈ, ਉਸ ਦਾ ਬਹੁਤਾ ਸਨਮਾਨ ਹੁੰਦਾ ਹੈ, ਉਸ ਨੂੰ ਮੈਡਲ ਵੀ ਦਿੱਤੇ ਜਾਂਦੇ ਨੇ। ਹੁਕਮ ਤੇ ਸਰਕਾਰ ਦਾ ਮੰਨਿਆ ਪਰ ਕੰਮ ਚੰਗਾ ਕੀਤਾ, ਜਾਨਾਂ ਬਚਾਈਆਂ। ਦੂਸਰੇ ਪਾਸੇ ਜਲਾਦ ਨੇ, ਉਹ ਵੀ ਸਰਕਾਰ ਦੇ ਹੁਕਮ ਦੇ ਨਾਲ ਹੀ ਸਾਧ ਸੰਗਤ ਜੀ ਕਿਸੇ ਨੂੰ ਫਾਂਸੀ ਤੇ ਚਾੜਦੇ ਨੇ, ਪਰ ਕਦੇ ਕਿਸੇ ਜਲਾਦ ਨੂੰ ਸਨਮਾਨਿਤ ਨਹੀਂ ਕੀਤਾ ਜਾਂਦਾ ਕਿ ਕਿਤਨਿਆਂ ਨੂੰ ਫਾਂਸੀ ਤੇ ਟੰਗਿਆ ਹੈ। ਜਲਾਦ ਵੀ ਹੁਕਮ ਦੇ ਅੰਦਰ ਤੇ ਜਾਨਾਂ ਬਚਾਉਣ ਵਾਲਾ ਵੀ ਹੁਕਮ ਦੇ ਅੰਦਰ, ਪਰ ਕਰਮਾਂ ਦੀ ਕਿਰਤ ਦੇ ਅਨੁਸਾਰ ਮਾਨ ਸਨਮਾਨ ਮਿਲਦਾ ਹੈ।
ਇਸੇ ਪ੍ਰਕਾਰ ਮਨਮੁਖ ਵੀ ਹੁਕਮ ਦੇ ਅੰਦਰ, ਗੁਰਮੁਖ ਵੀ ਹੁਕਮ ਦੇ ਅੰਦਰ, ਪਰ ਜਿਹੋ ਜੇ ਕਰਮ ਨੇ ਕਿਰਤ ਹੈ ਕਰਮਾਂ ਦੀ, ਉਸੇ ਪ੍ਰਕਾਰ ਦੀ ਸਾਧ ਸੰਗਤ ਜੀ ਵਡਿਆਈ ਮਿਲਦੀ ਹੈ ਜਾਂ ਫਿਰ ਦੋਸ਼ ਲੱਗਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਐਸੇ ਜਿਹੜੇ ਮਨਮੁਖ ਨੇ ਮਨੁੱਖਾ ਜਨਮ ਦੀ ਸਫਲਤਾ ਰੂਪੀ ਕਾਰਜ ਨੂੰ ਨਹੀਂ ਸਵਾਰ ਸਕਦੇ। ਪੂਰਬਲੇ ਲਿਖੇ ਹੋਏ ਕਰਮਾਂ ਦੇ ਅਨੁਸਾਰ, ਮੱਥੇ ਦੇ ਲੇਖਾਂ ਦੇ ਅਨੁਸਾਰ ਹੀ ਕਰਮਾਂ ਨੂੰ ਕਮਾਵਣਾ ਕਰਦੇ ਨੇ। ਕੋਈ ਨਾ ਮੇਟਣ ਹਾਰ। ਮਹਾਰਾਜ ਮੱਥੇ ਦੇ ਲੇਖਾਂ ਨੂੰ ਬਦਲਿਆ ਨਹੀਂ ਜਾ ਸਕਦਾ। ਹਜ਼ੂਰ ਫਰਮਾਉਂਦੇ ਨੇ, ਕੋਈ ਮੇਟਣ ਦੇ ਸਮਰੱਥ ਨਹੀਂ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਪੂਰੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਵੇ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਵੇਂ ਭਾਈ ਸਮੀਰ ਦੀ ਸੁਪਨੇ ਦੇ ਵਿੱਚ 84 ਕੱਟ ਦਿੱਤੀ ਸੀ, ਪੂਰੇ ਸਤਿਗੁਰੂ ਜੀ ਬਖਸ਼ਦੇ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਕੇਤ ਮੰਡੀ ਦੇ ਰਾਜੇ ਦੀ 84 ਸੁਪਨੇ ਵਿੱਚ ਕੱਟੀ ਸੀ, ਪੂਰੇ ਸਤਿਗੁਰੂ ਜੀ ਕੱਟ ਸਕਦੇ ਨੇ। ਬਿਨਾਂ ਪੂਰਿਆਂ ਸਤਿਗੁਰਾਂ ਤੋਂ ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕੋਈ ਵੀ ਜੀਵ ਆਪਣੇ ਮੱਥੇ ਦੇ ਲੇਖਾਂ ਨੂੰ ਨਹੀਂ ਮਿਟ ਸਕਦਾ ਹੈ। ਪੌੜੀ ਰਾਹੀਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਜੋ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰੂਪ ਧਾਰਨ ਕੀਤਾ ਹੈ। ਚੌਥੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਜੀ, ਤੁਧ ਆਪੇ ਜਗਤ ਉਪਾਏ ਕਾ। ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ, ਤੁਸਾਂ ਨੇ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਕੇ ਆਪ ਖੇਲ ਰਚਾਇਆ। ਇਹ ਸੰਸਾਰ ਰੂਪੀ ਖੇਡ, ਸੰਸਾਰ ਰੂਪੀ ਤਮਾਸ਼ਾ ਤੁਸਾਂ ਆਪ ਹੀ ਰਚਾਇਆ ਹੋਇਆ ਹੈ। ਮੌਲਾ ਖੇਲ ਕਰੇ ਸਭ ਆਪੇ। ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਹਜ਼ੂਰ, ਇਹ ਸੰਸਾਰ ਦੀ ਖੇਡ, ਇਹ ਖੇਡ ਤਮਾਸ਼ਾ ਤੁਸਾਂ ਨੇ ਆਪ ਹੀ ਸਾਰਾ ਰਚਾਇਆ ਹੈ। ਤ੍ਰੈ ਗੁਣ ਆਪ ਸਿਰਜਿਆ। 3 ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਮਾਇਆ ਦੇ 3 ਗੁਣ ਨੇ। ਇਸ ਪ੍ਰਕਾਰ ਤ੍ਰੈ ਗੁਣੀ ਜੀਵਾਂ ਨੂੰ ਤੁਸਾਂ ਨੇ ਆਪ ਹੀ ਉਤਪੰਨ ਕੀਤਾ ਹੈ। 3 ਗੁਣਾਂ ਦੇ ਸਹਿਤ ਮਾਇਆ ਨੂੰ ਉਤਪੰਨ ਕਰਕੇ ਮਾਇਆ ਦੁਆਰਾ ਤੁਸਾਂ ਨੇ ਆਪ ਸੰਸਾਰ ਨੂੰ ਸਿਰਜਿਆ ਹੈ। ਮਾਇਆ ਮੋਹ ਵਧਾਇਆ। ਪੂਰਬਲੇ ਜਨਮਾਂ ਦੀ ਕਿਰਤ ਦੇ ਅਨੁਸਾਰ ਜੀਵਾਂ ਦੇ ਮਨਾਂ ਦੇ ਅੰਦਰ ਬਹੁਤਾ ਹੀ ਮਾਇਆ ਦਾ ਮੋਹ ਵਧਾਇਆ ਹੋਇਆ ਹੈ। ਵਿੱਚ ਹਉਮੈ ਲੇਖਾ ਮੰਗੀਆ। ਜਿਹੜੇ ਹਉਮੈ ਦੇ ਵਿੱਚ ਹੀ ਸਦਾ ਅਹੰਕਾਰ ਕਰਦੇ ਨੇ, ਨਾਮ ਨੂੰ ਨਹੀਂ ਜਪਦੇ। ਮਨਮੁਖਾਂ ਦੇ ਪਾਸੋਂ ਦਰਗਾਹ ਦੇ ਅੰਦਰ ਧਰਮ ਰਾਜੇ ਦੇ ਦੁਆਰਾ ਫਿਰ ਸਵਾਸ ਸਵਾਸ ਦਾ ਲੇਖਾ ਮੰਗਿਆ ਜਾਂਦਾ ਹੈ। ਰਤੀ ਉਹ ਮਾਸਾ ਤੋਲ ਕਢਾਵਣਿਆ, ਰਤੀ ਪਰ ਮਾਸਾ ਪਰ ਤੇ ਰੋਮ ਮਾਤਰ ਕੀ ਵੀ ਫਿਰ ਬਖਸ਼ਿਆ ਨਹੀਂ ਜਾਂਦਾ। ਸਵਾਸ ਸਵਾਸ ਸਭਨਾ ਦਾ ਦਰ ਲੇਖਾ ਹੋਏ, ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਲੇਖਾ ਹੁੰਦਾ ਹੈ। ਫਿਰ ਆਵੈ ਜਾਇਆ। ਜਿਹੜੇ ਮਨਮੁਖ ਨੇ ਜਨਮ ਲੈ ਕਰਕੇ ਬਾਰ-ਬਾਰ ਧਰਤੀ ਦੇ ਉੱਪਰ ਆਉਂਦੇ ਨੇ, ਮਰ ਕੇ ਬਾਰ-ਬਾਰ ਜਾਇਆ ਜਾਂਦੇ ਨੇ। ਜੰਮਣ ਮਰਨ ਦਾ 84 ਲੱਖ ਦੀਆਂ ਜੂਨੀਆਂ ਦਾ ਗੇੜਾ ਤਿੰਨਾਂ ਦਾ ਨਹੀਂ ਮਿਟਦਾ ਹੈ। ਜਿਨ੍ਹਾਂ ਹਰ ਆਪ ਕਿਰਪਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਤੇ ਸਾਰਾ ਸੰਸਾਰ ਆਵਾਗਾਉਣ ਵਿੱਚ ਹੀ ਲੱਗਾ ਰਹਿੰਦਾ ਹੋਵੇਗਾ, ਕੋਈ ਬਚਦਾ ਵੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਿਰਪਾਲਤਾ ਕਰਦੇ ਹਨ, ਸੇ ਗੁਰ ਸਮਝਾਇਆ। ਸੇ ਉਹਨਾਂ ਨੂੰ ਗੋਰੇ ਰਾਰੇ ਨੂੰ ਸਿਹਾਰੀ ਹੈ। ਗੁਰੂ ਨੇ ਕਿਰਪਾਲਤਾ ਕਰਕੇ ਪ੍ਰੇਮਾ ਭਗਤੀ ਦਾ ਰਸਤਾ ਸਮਝਾਇਆ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਜ਼ਰੇ ਅਨਾਇਤ ਹੋਈ ਹੈ, ਉਹਨਾਂ ਨੇ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ। ਪੂਰਿਆਂ ਸਤਿਗੁਰਾਂ ਨੇ ਤਿੰਨਾਂ ਨੂੰ ਪ੍ਰੇਮਾ ਭਗਤੀ ਸਿਮਰਨ ਦਾ ਮਾਰਗ ਸਮਝਾ ਦਿੱਤਾ ਹੈ। ਮਹਾਰਾਜ ਫਿਰ ਉਹਨਾਂ ਦਾ ਲੇਖਾ ਨਹੀਂ ਹੁੰਦਾ। ਹਜ਼ੂਰ ਫਰਮਾਉਂਦੇ ਹਨ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਨਾਨਕ ਜਿਨ ਕਾ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਭਾਈ ਉਹ ਬਖਸ਼ੇ ਜਾਂਦੇ ਹਨ ਪੂਰੇ ਸਤਿਗੁਰੂ ਜੀ ਦੁਆਰਾ। ਬਲਿਹਾਰੀ ਗੁਰ ਆਪਣੇ। ਐਸੇ ਆਪਣੇ ਸਤਿਗੁਰੂ ਜੀ ਤੋਂ ਸਦਾ ਸਦਾ ਕੁਰਬਾਨ ਬਲਿਹਾਰ ਜਾਈਏ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਦਾ ਸਦਾ ਘੁਮਾਇਆ। ਐਸੇ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਹਜ਼ੂਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਵਣਾ ਕਰਦੇ ਨੇ, ਸਦਾ ਸਦਾ ਆਪਾ ਕੁਰਬਾਨ ਕਰੀਏ। ਮਨ ਬਾਣੀ ਸਰੀਰ ਕਰਕੇ ਸਦਾ ਸਦਾ ਸੈਂਕੜੇ ਵਾਰ ਦਿਨ ਦੇ ਵਿੱਚ ਕੁਰਬਾਨ ਜਾਣਾ ਕਰੀਏ। ਸਤਿਗੁਰੂ ਜੀ ਤੋਂ ਆਪਾਂ ਨਿਸ਼ਾਵਰ ਕਰ ਦਈਏ, ਜਿਨ੍ਹਾਂ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਭੁੱਲਿਆ ਹੋਇਆਂ ਨੂੰ ਸਿੱਧੇ ਰਸਤੇ ਪਾ ਕਰਕੇ
ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੋੜ ਦਿੱਤਾ ਹੈ। ਸਾਧ ਸੰਗਤ ਜੀ, ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸ੍ਰੀ ਮੁਖਵਾਕ ਜੀ ਦੀ ਅਖਰੀ ਵਿਚਾਰ ਸਰਵਣ ਕੀਤੀ ਹੈ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਜੋ ਰਾਮਕਲੀ ਰਾਗ ਦੇ ਅੰਦਰ ਸਤਬਾਣੀ ਦੀ ਕਥਾ ਚੱਲ ਰਹੀ ਹੈ। 5 ਪੌੜੀਆਂ ਦੀ ਕਥਾ ਪਿਛਲੇ ਦੀਵਾਨਾਂ ਦੇ ਅੰਦਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਜੋ 6ਵੀਂ ਅਤੇ ਅਖੀਰਲੀ ਪੌੜੀ ਸਤਬਾਣੀ ਦੀ ਹੈ। ਤੇ ਇਸ ਦੀ ਕਥਾ ਵਿਚਾਰ ਅਖਰੀ ਅਰਥ ਸਰਵਣ ਕਰੀਏ ਜੀ। ਸਤਿਗੁਰ ਪੁਰਖ ਜੇ ਬੋਲਿਆ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਭਾਈ ਸੁੰਦਰ ਜੀ ਨੂੰ ਪੁੱਛ ਰਹੇ ਨੇ, ਬਾਬਾ ਸੁੰਦਰ ਜੀ, ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਲੋਕ ਚੋਂ ਪਰਲੋਕ ਗਮਨ ਕੀਤਾ ਹੈ, ਆਪਣੇ ਨਿਜ ਸਰੂਪ ਦੇ ਵਿੱਚ ਜਾ ਕਰਕੇ ਭੇਦ ਹੋਏ ਨੇ, ਨਿਜ ਲੋਕ ਦੇ ਵਿੱਚ ਜਾ ਕਰਕੇ ਤੁਸਾਂ ਨੇ ਉਸ ਸਮੇਂ ਨੂੰ ਤੱਕਿਆ ਹੈ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਪਿਤਾ ਸਤਿਗੁਰੂ ਜੀ ਨੂੰ ਗੁਰਿਆਈ ਬਖਸ਼ੀਏ। ਉਸ ਵੇਲੇ ਜਿਵੇਂ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਤੇ ਕੌਤਕ ਵਰਤਾਏ, ਸਾਨੂੰ ਸਰਵਣ ਕਰਾਓ। ਸਾਰਾ ਪ੍ਰਸੰਗ ਬਾਬਾ ਸੁੰਦਰ ਜੀ ਸਰਵਣ ਕਰਾ ਰਹੇ ਨੇ। ਤਾਂ ਹੁਣ ਪ੍ਰਸੰਗ ਦੇ ਵਿੱਚ ਜੋ ਵਾਰਤਾਲਾਪ ਚੱਲ ਰਿਹਾ ਹੈ, ਅੱਗੇ ਬਚਨ ਕਰਨਾ ਕਰਦੇ ਹਨ, ਸਤਿਗੁਰ ਪੁਰਖ ਜੇ ਬੋਲਿਆ। ਜੋ ਸਤਿਗੁਰ ਪੁਰਖ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੋਲਿਆ, ਪ੍ਰਵਚਨ ਕੀਤੇ ਨੇ, ਅੰਮ੍ਰਿਤ ਰਸਨਾ ਤੋਂ ਜੋ ਆਪ ਜੀ ਨੇ ਬਚਨ ਉਚਾਰਣਾ ਕੀਤੇ ਹਨ। ਗੁਰ ਸਿੱਖਾ ਮਨ ਲਈ ਰਜਾਏ ਜੀਓ। ਜੋ ਸਾਰਿਆਂ ਗੁਰਸਿੱਖਾਂ ਨੂੰ ਸੰਗਤਾਂ ਨੂੰ ਹੁਕਮ ਕੀਤਾ, ਸਾਧ ਸੰਗਤ ਜੀ, ਗੁਰੂ ਪਿਆਰਿਓ ਗੁਰਸਿੱਖੋ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸਾਡਾ ਸਰੂਪ ਜਾਣਨਾ। ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਤੇ ਸਾਡੇ ਅੰਦਰ ਕੋਈ ਭੇਦ ਨਹੀਂ ਜਾਣਨਾ ਹੈ। ਸਾਰਿਆਂ ਗੁਰਸਿੱਖਾਂ ਨੇ ਹੱਥ ਜੋੜ ਕਰਕੇ ਅਦਬ ਦੇ ਨਾਲ ਸੀਸ ਝੁਕਾਇਆ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਜਾ ਨੂੰ, ਆਗਿਆ ਨੂੰ ਮੰਨ ਲੈਣਾ ਕੀਤਾ ਹੈ। ਮੋਹਰੀ ਪੁੱਤ ਸਨਮੁਖ ਹੋਇਆ। ਉਸ ਵੇਲੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਸੁਪੁੱਤਰ ਬਾਬਾ ਮੋਹਰੀ ਜੀ ਹੱਥ ਜੋੜ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਗਏ ਹਨ। ਰਾਮਦਾਸਾ ਪੈਰੀ ਪਾਏ ਜੀਓ। ਸ੍ਰੀ ਗੁਰੂ ਅਮਰਦਾਸ ਜੀ ਨੇ ਪੁੱਛਣਾ ਕੀਤਾ, ਸੁਪੁੱਤਰ ਮੋਹਰੀ ਜੀ, ਕੁਝ ਕਹਿਣਾ ਚਾਹੁੰਦੇ ਹੋ, ਕੁਝ ਮੰਗਣਾ ਚਾਹੁੰਦੇ ਹੋ ਤੇ ਮੰਗ ਲਓ। ਬਾਬਾ ਮੋਹਰੀ ਜੀ ਨੇ ਬੇਨਤੀ ਕੀਤੀ, ਪਿਤਾ ਸਤਿਗੁਰੂ ਜੀ, ਕਿਰਪਾਲਤਾ ਕਰਕੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਕੰਠ ਚੋਂ ਬਚਨ ਉਚਾਰਿਆ ਹੈ, ਮੋਹਰੀ ਜੀ, ਅਸਾਂ ਨੇ ਲੋਕ ਪਰਲੋਕ ਦੇ ਮਾਲਿਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਣਾ ਦਿੱਤਾ ਹੈ। ਜਿਹੜੀ ਵੀ ਦਾਤ ਚਾਹੀਦੀ ਹੈ ਸਤਿਗੁਰੂ ਰਾਮਦਾਸ ਸਾਹਿਬ ਜੀ ਤੋਂ ਪ੍ਰਾਪਤ ਕਰੋ। ਰਾਮਦਾਸੈ ਪੈਰੀ ਪਾਏ ਜੀਓ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੁਦ ਆਪ ਆਪਣੇ ਸੁਪੁੱਤਰ ਦੀ ਬਾਹ ਫੜ ਕਰਕੇ, ਬਾਬਾ ਮੋਹਰੀ ਜੀ ਦੀ ਬਾਹ ਫੜ ਕਰਕੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣੀ ਪਾ ਦਿੱਤਾ ਹੈ। ਸਭ ਪਵੈ ਪੈਰੀ ਸਤਿਗੁਰੂ ਕੇਰੀ। ਉਪਰੰਤ ਸਮੂਹ ਗੁਰਸਿੱਖ ਮਾਈ ਭਾਈ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਣੀ ਪਏ ਹਨ, ਚਰਣੀ ਲੱਗੇ ਹਨ। ਜਿੱਥੈ ਗੁਰੂ ਆਪ ਰੱਖਿਆ। ਜਿੱਥੈ ਜਿਸ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਰੱਖਿਆ, ਆਪਣਾ ਆਪ ਰੱਖ ਦਿੱਤਾ ਹੈ। ਭਾਵ ਆਪਣੀ ਗੁਰੂ ਜੋਤ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਅੰਦਰ ਟਿਕਾ ਦਿੱਤੀ ਹੈ, ਸਥਿਤ ਕਰ ਦਿੱਤੀ ਹੈ। ਕੋਈ ਕਰ ਬਖੀਲੀ ਨਿਵੈ ਨਾਹੀ। ਜਿਹੜਾ ਕੋਈ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਬਖੀਲੀ ਕਰਕੇ, ਈਰਖਾ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਨਹੀਂ ਨਿਵਿਆ ਹੈ, ਨਹੀਂ ਝੁਕਿਆ ਹੈ, ਫਿਰ ਸਤਿਗੁਰੂ ਆਨ ਨਿਵਾਇਆ। ਇਹਨਾਂ ਨੂੰ ਵੀ ਫਿਰ ਆਪਣੇ ਹੁਕਮ ਦੇ ਨਾਲ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਲਿਆ ਕਰਕੇ ਗੁਰੂ ਚਰਨਾਂ ਤੇ ਹੀ ਝੁਕਾ ਦਿੱਤਾ ਹੈ। ਇਹ ਇਸ਼ਾਰਾ ਬਾਬਾ ਮੋਹਨ ਜੀ ਦੇ ਵੱਲ ਹੈ। ਤਿੰਨਾਂ ਦੇ ਮਨ ਵਿੱਚ ਸੂਖਮ ਹੰਗਤਾ ਸੀ, ਅਸੀਂ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਸੁਪੁੱਤਰ ਹਾਂ, ਕਿਸੇ ਹੋਰ ਨੂੰ ਗੁਰੂ ਮੰਨ ਕੇ ਚਰਣੀ ਕਿਵੇਂ ਪੈ ਜਾਈਏ? ਗੁਰਤਾ ਗੱਦੀ ਤੇ ਹੱਕ ਅਧਿਕਾਰ ਸਾਡਾ ਹੈ। ਮਨ ਨੂੰ ਸ਼ਾਂਤੀ ਨਾ ਆਈ, ਘਰ ਵਿੱਚ ਜਾ ਕਰਕੇ ਬੈਠਦੇ ਸਮਾਧੀ ਲਾਉਂਦੇ ਨੇ, ਸਮਾਧੀ ਵੀ ਨਹੀਂ ਲੱਗਦੀ। ਫਿਰ ਵਾਪਸ ਆਏ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਲਕੁਲ ਸੱਚਖੰਡ ਪਿਆਨਾ ਕਰਨ ਵਾਸਤੇ ਤਿਆਰੀ ਕਰ ਲਈਏ। ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮਨ ਨਹੀਂ ਟਿਕਦਾ, ਮਨ ਸ਼ਾਂਤ ਨਹੀਂ ਹੁੰਦਾ ਹੈ। ਆਪ ਜੀ ਦਾ ਬਚਨ ਮੰਨ ਕੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਜੂ ਨਹੀਂ ਪਰਸੇ ਹਨ। ਜੇ ਆਗਿਆ ਹੋਵੇ ਆਪ ਜੀਆਂ ਦੀ,
ਹੁਣ ਗੁਰੂ ਰਾਮਦਾਸ ਜੀ ਦੇ ਚਰਨ ਪਕੜ ਲਵਾਂ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਪੁੱਤਰ ਜੀ ਤੁਸਾਂ ਨੇ ਉਹ ਸਮਾਂ ਵਿਹਾ ਲਿਆ ਹੈ। ਹੁਣ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਜੋ ਸੁਪੁੱਤਰ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹ ਗੁਰਤਾ ਗੱਦੀ ਤੇ ਬੈਠਣਗੇ, ਉਹਨਾਂ ਦੇ ਚਰਨੀ ਲੱਗ ਕਰਕੇ ਤੁਸੀਂ ਤਰੋਗੇ। ਕਹਿਣ ਲੱਗੇ ਜੀ ਮੈਂ ਤੇ ਸਮਾਧੀ ਵਿੱਚ ਸਥਿਤ ਰਹਿਣਾ ਹੈ, ਮੈਨੂੰ ਕਿਵੇਂ ਪਤਾ ਲੱਗੇਗਾ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਦੇ ਉੱਪਰ ਸੁਭਾਏ ਮਾਨ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ, ਮੋਹਰੀ ਜੀ ਦੇ ਵੱਡੇ ਭਰਾਤਾ ਜੀ ਨੂੰ, ਆਪਣੇ ਵੱਡੇ ਸਪੁੱਤਰ ਨੂੰ, ਸਪੁੱਤਰ ਮੋਹਨ ਜੀ ਆਪਣੇ ਸਪੁੱਤਰ ਸੰਸਰਾਮ ਦੁਆਰਾ ਚਾਰੇ ਸਤਿਗੁਰਾਂ ਜੀ ਦੀ ਗੁਰਬਾਣੀ ਨੂੰ ਇਕੱਤਰ ਕਰਕੇ ਪੋਥੀਆਂ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਕੋਲ ਸੁਭਾਏਮਾਨ ਕਰਕੇ ਰੱਖਿਓ। ਗੁਰੂ ਅਰਜਨ ਦੇਵ ਸਾਹਿਬ ਜੀ ਗੁਰਬਾਣੀ ਦੀਆਂ ਪੋਥੀਆਂ ਲੈਣ ਆਉਣਗੇ, ਫਿਰ ਤਿੰਨਾਂ ਦੇ ਚਰਨੀ ਲੱਗਿਓ। ਇੱਧਰ ਇਸ਼ਾਰਾ ਕਰਕੇ ਆਪ ਜੀ ਬਚਨ ਕਰਨਾ ਕਰਦੇ ਨੇ। ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਗੁਰੂ ਜੋਤ ਦੇ ਅੱਗੇ ਬਖੀਲੀ ਕਰਨ ਵਾਲਿਆਂ ਨੂੰ ਵੀ ਲਿਆ ਕਰਕੇ ਨਿਵਾਇਆ ਹੈ, ਝੁਕਾ ਦਿੱਤਾ ਹੈ। ਹਰ ਗੁਰੇ ਭਾਣਾ ਦੀ ਵਡਿਆਈ, ਜਿਵੇਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਣਾ ਸੀ, ਤੇ ਇਸ ਭਾਣੇ ਦੇ ਅਨੁਸਾਰ ਗੁਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ ਹੈ। ਤੁਰ ਲਿਖਿਆ ਲੇਖ ਰਜਾਏ ਜੀਓ, ਇਹ ਰਜ਼ਾ ਦੇ ਕਰਨੇ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੁਰ ਦਰਗਾਹ ਤੋਂ ਹੀ ਲੇਖ ਲਿਖਿਆ ਹੋਇਆ ਸੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਮਸਤਕ ਦੇ ਉੱਪਰ ਕਿ ਗੁਰਤਾ ਗੱਦੀ ਇਹਨਾਂ ਨੂੰ ਪ੍ਰਾਪਤ ਹੋਵੇਗੀ ਜੀ। ਕਹੈ ਸੁੰਦਰ ਸੁਣੋ ਸੰਤੋ, ਬਾਬਾ ਸੁੰਦਰ ਜੀ ਬਚਨ ਕਰਨਾ ਕਰਦੇ ਨੇ, ਸੁਣੋ ਸੰਤੋ। ਸੰਤ ਦਾ ਅਰਥ ਹੈ ਸ਼ਾਂਤ ਆਤਮਾ। ਹੇ ਸ਼ਾਂਤ ਆਤਮਾ ਵਾਲੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਵੇਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸਾਰਾ ਭਾਣਾ ਵਰਤਾਇਆ, ਆਪ ਸੱਚਖੰਡ ਪਿਆਨਾ ਕੀਤਾ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕੀਤਾ, ਉਸ ਸਾਰੇ ਪ੍ਰਸੰਗ ਨੂੰ ਆਪ ਜੀ ਦੇ ਤਾਈਂ ਸੁਣਾਵਣਾ ਕੀਤਾ ਹੈ। ਮਹਾਰਾਜ ਸੁਣਨਾ ਕਰੋ ਜੀ। ਸਭ ਜਗਤ ਪੈਰੀ ਪਾਏ ਜੀਓ, ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਬਣਾ ਕਰਕੇ ਗੁਰੂ ਜੋਤ ਹਿਰਦੇ ਦੇ ਅੰਦਰ ਟਿਕਾ ਕਰਕੇ ਸਾਰੇ ਜਗਤ ਨੂੰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਾ ਦਿੱਤਾ। ਇਸ ਪ੍ਰਕਾਰ ਸਮੂਹ ਜਗਤ ਨੂੰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਸੁਖ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਵਰਤਾਵਣਾ ਕੀਤਾ ਹੈ, ਦਿਵਾਵਣਾ ਕੀਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਰਾਮਕਲੀ ਰਾਗ ਦੇ ਅੰਦਰ ਸਦ ਨਾਮ ਦੀ ਬਾਣੀ ਹੈ ਜੋ ਬਾਬਾ ਸੁੰਦਰ ਜੀ ਨੇ ਉਚਾਰੀ ਹੈ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਭਾਏਮਾਨ ਮੁਬਾਰਕ ਰਸਨਾ ਤੋਂ ਉਚਾਰਨ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਵਾਵਣਾ ਕੀਤੀ ਸੀ। ਤੇ ਜਿਸ ਵੇਲੇ ਕੋਈ ਮਾਈ ਭਾਈ ਚੜ੍ਹਾਈ ਕਰ ਜਾਵੇ, ਮਿਰਤਕ ਦੇ ਸ੍ਰੀ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਜੋ ਵੀ ਸਮੇਂ ਅਨੁਸਾਰ ਕਰਵਾਇਆ ਜਾਵੇ, ਫਿਰ ਭੋਗ ਤੇ ਇਸ ਰਾਮਕਲੀ ਸਦ ਬਾਣੀ ਦਾ ਪਾਠ ਹੁੰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਇਸ ਅੰਮ੍ਰਿਤ ਗੁਰਬਾਣੀ, ਧੁਰ ਕੀ ਗੁਰਬਾਣੀ, ਇਲਾਹੀ ਬਾਣੀ, ਨਿਰੰਕਾਰੀ ਗੁਰਬਾਣੀ, ਰੱਬੀ ਗੁਰਬਾਣੀ ਰਾਹੀਂ ਅੰਮ੍ਰਿਤ ਬਚਨ ਕਰਕੇ ਸ਼ੁਭ ਸਿੱਖਿਆ ਦਰਸਾਵਣਾ ਕੀਤੀ ਏ। ਜੋ ਮਨਮੁਖ ਨੇ ਬਾਰ-ਬਾਰ ਜੰਮਦੇ ਮਰਦੇ ਰਹਿੰਦੇ ਨੇ, ਜਿਹੜੇ ਗੁਰਮੁਖ ਨੇ ਉਹਨਾਂ ਦੇ ਲੇਖੇ ਨਿਬੜ ਜਾਂਦੇ ਨੇ। ਗੁਰਮੁਖਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਗੁਰਮੁਖਤਾਈ ਨੂੰ ਧਾਰਨ ਕਰਕੇ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਗੁਰ ਪਰਮੇਸ਼ਰ ਜੀ ਕਿਰਪਾਲਤਾ ਕਰਕੇ ਸਰੂਪ ਰੂਪ ਦੀ ਅਭੇਦਤਾ ਬਖਸ਼ਿਸ਼ ਕਰਕੇ ਆਵਾਗਾਉਣ ਦੇ ਚੱਕਰ ਤੋਂ ਬਚਾ ਲੈਂਦੇ ਨੇ ਜੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਆਪਣੇ ਦਰ ਦੀ ਹਾਜ਼ਰੀ ਆਪ ਬਖਸ਼ੀਏ। ਰੋਮ ਰੋਮ ਕਰਕੇ ਸ਼ੁਕਰਾਨਾ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਉਪਰੰਤ ਸਮੂਹ ਪ੍ਰਬੰਧਕ ਜਨ, ਵਿਸ਼ੇਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਗੁਰਚਰਨਾਂ ਵਿਖੇ ਹਾਜ਼ਰੀ ਭਰੀ ਅਤੇ ਆਪ ਸੰਗਤਾਂ ਜੀ ਦੇ ਸੋ ਦਰਸ਼ਨ ਦੀਦਾਰ ਪ੍ਰਾਪਤ ਹੋਏ ਹਨ।
ਸੋ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ। ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਹਰ ਗੁਰਹੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ। ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।